जिस तरीके नाल असीं देख रहे हैं कि इजराइल और अमरीका दे वल्लों मिल के ईरान दे उपर हमला कर दिता गया, उन्हां दे सुप्रीम लीडर दी भी मौत हो गई है। ते इसे दे विचकार जेकर देखा जाए तक अमरीका दे वल्लों लगातार हालांकि मिसाइलां दा जिक्र किया जांदा सी, बैलिस्टिक मिसाइल दा जिक्र उन्हां दे वल्लों किया जांदा सीगा और परमाणु हथियारां दा जिक्र अमरीका दे वल्लों किया जांदा रहा। तां इह किहड़े मुख मुद्दे ने जिस दे चलदिआं इह अटैक किया गया? देखो, ये काफी टाइम तो ईरान और इजराइल ਦੇ ਵਿੱਚ ਚੱਲ ਰਿਹਾ ਸੀ और यूएसए भी ਇਸ 'ਚ ਇਨਵੋਲਵ ਸੀਗਾ। अगर ਤੁਸੀਂ याद करो तो अक्टूबर 7 2023 ਚ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਸੀਗਾ ਤਾਂ ईरान ਜੋ ਸਪੋਰਟ ਕਰ ਰਿਹਾ ਸੀ ਹਮਾਸ ਨੂੰ, हिजबुल्ला ਨੂੰ और हौथीज ਨੂੰ, तो एक बहुत टाइम तो अरसे तो ईरान अपनी गतिविधियां नाल इजराइल ਦੇ ਉੱਤੇ किसी ना किसी तरीके ते हमले करवा रहा सीगा और ਉਹਦੇ रिटेलिएशन ਚ इजराइल ने भी ईरान ਦੇ ਉੱਤੇ ਅਟੈਕ ਕੀਤੇ। और अगर ਤੁਸੀਂ ਦੇਖਿਆ ਹੋਊਗਾ ਕਿ यूएसए ਚ ਜਦੋਂ ਇੱਕ ਮਿਡ ਨਾਈਟ ਹੈਮਰ ਦਾ ਸੀਗਾ ਉਦੋਂ ਉਹਨਾਂ ਨੇ ਲਾਂਚ ਕੀਤਾ ਸੀਗਾ और ਹੁਣ ਆਪਰੇਸ਼ਨ ਕਿਹੜਾ ਨਵਾਂ ਲਾਂਚ ਕੀਤਾ ਇੱਕ ਉਹ ਵੀ ਉਹਦੇ ਕੰਟੀਨਿਊਏਸ਼ਨ ਚ ਹੀ ਹੈ। ਤਾਂ ਇਹ ਕਾਫੀ ਟਾਈਮ ਤੋਂ ਸੀ। ਬੇਸਿਕਲੀ ਤਿੰਨ ਮੁੱਦੇ ਸੀ ਜਿਹੜੇ ਮੇਨ यूएसए और इजराइल ਦੇ ਹੈਗੇ ਹੈ ईरान ਦੇ ਅਗੇਂਸਟ। ਇੱਕ ਤਾਂ ਪਹਿਲੇ ईरान ਹਮਾਸ और ਉਹਦੇ ਬਾਕੀ ਮਿਲੀਟੈਂਟਸ ਆਰਗੇਨਾਈਜੇਸ਼ਨ ਦੇ ਥਰੂ ਇਜ਼ਰਾਈਲ ਦੇ ਉੱਤੇ ਅਟੈਕ ਕਰਵਾ ਰਿਹਾ ਸੀਗਾ। ਦੂਜਾ ਕਿਹੜਾ ਰਜੀਮ ਚੇਂਜ ਸੀਗਾ ਕਿਉਂਕਿ ਆਇਤੁੱਲਾ ਖੁਮੈਨੀ ਪਿਛਲੇ 37 ਸਾਲ ਤੋਂ ईरान ਤੇ ਰੂਲ ਕਰ ਰਹੇ ਸੀਗੇ और ਇਸ 37 ਟਾਈਮ ਚ ਉਹਨਾਂ ਐਜੀਟੇਸ਼ਨਸ ਵਧਣ ਲੱਗ ਗਈਆਂ ਸੀ। ਲੋਕੀ ਵਰਖਲਾਫ ਹੋ ਰਹੇ ਸੀਗੇ ਗਵਰਨਮੈਂਟ ਦੇ ਕਿਉਂਕਿ ਇਨਫਲੇਸ਼ਨ ਕਾਫੀ ਵੱਧ ਗਈ ਸੀਗੀ और ऑयल प्राइसेस, एनर्जी क्राइसिस आ गई ਸੀਗੀਆਂ। ਤਾਂ ਇਹਨੂੰ ਸਾਰੇ ਮੱਦੇਨਜ਼ਰ ਰੱਖਦੇ ਹੋਏ ਲੇਕਿਨ ईरान ਦੀ ਗਵਰਨਮੈਂਟ ਉਹਨੂੰ ਸਪਰੈਸ ਕਰ ਰਹੀ ਸੀਗੀ। ਲੇਕਿਨ ਹੁਣ ਜਿਹੜਾ ਨਵਾਂ ਹੋਇਆ ਕਿ ਉਹ ਦੂਜਾ ਕਿਹੜਾ ਸੀਗਾ ਕਿ ਕਿਹੜਾ ਨਿਊਕਲੀਅਰ ਪ੍ਰੋਗਰਾਮ ਹੈ यूएसए ਚਾਹੁੰਦਾ ਸੀਗਾ ਕਿ ईरान ਦਾ ਕਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਖਤਮ ਹੋਵੇ और जो ਉਹਦਾ ਮਿਜ਼ਾਈਲਸ ਦਾ ਪਾਈਲਸ ਹੈ ਉਹਨੂੰ ਡਿਸਟਰੋਏ ਕੀਤਾ ਜਾਵੇ, ਉਹਨੂੰ ਉਹਤੇ ਉੱਤੇ ਰਿਸਟ੍ਰਿਕਸ਼ਨ ਲਾਏ ਗਏ। ਇਹ ਦੋ ਤਿੰਨ ਚੀਜ਼ਾਂ ਸੀਗੀਆਂ ਜਿਹੜੀਆਂ ईरान और इजराइल ਦੇ ਵਿੱਚ ਕਾਫੀ ਟਾਈਮ ਤੋਂ ਚੱਲ ਰਹੀਆਂ ਸੀਗੀਆਂ और ਕਦੀ ਇਜ਼ਰਾਈਲ ਅਟੈਕ ਕਰਦਾ ਸੀਗਾ ਉਦੋਂ ईरान ਅਟੈਕ ਕਰਦਾ ਸੀ। ਤਾਂ ਇਹ ਚੀਜ਼ਾਂ ਕਾਫੀ ਟਾਈਮ ਤੋਂ ਚੱਲ ਰਹੀਆਂ ਸੀਗੀਆਂ। ਲੇਕਿਨ ਹੁਣ ਜੋ ਅੱਜ ਲੇਟੈਸਟ ਤੁਸੀਂ ਹੁਣ ਦੱਸ ਰਹੇ ਹੋ ਆਇਤੁੱਲਾ ਖੁਮਾਨੀ ਦੀ ਡੈਥ ਹੋ ਗਈ ਹੈ और ਉਹਨਾਂ ਦੇ ਬੇਟੇ ਮੁਸਤਫਾ ਖੁਮੈਨੀ ਨੂੰ ਲੀਡਰ ਸੁਪਰੀਮ ਲੀਡਰ ਘੋਸ਼ਿਤ ਕੀਤਾ ਗਿਆ। ਜਦੋਂ यूएसए ਚਾਹੁੰਦਾ ਸੀ ਕਿ ਜੋ ਪੁਰਾਣਾ ਉਹਨਾਂ ਦੇ ਸ਼ਾਹ ਸੀਗੇ ਰੇਜਾ ਪਹਿਲਵੀ ਉਹਨਾਂ ਦਾ ਬੇਟਾ ਉਹਨੂੰ ईरान ਦੇ ਉੱਤੇ ਲੀਡਰ ਬਣਾ ਕੇ ਭੇਜਿਆ ਜਾਵੇ ਜੋ यूएसए ਚ ਰਹਿੰਦਾ, ਲੇਕਿਨ ਜੋ ਹੱਲੇ ਮੁਮਕਿਨ ਨਹੀਂ ਹੈ। ਤਾਂ ਹੱਲੇ ਫਿਲਹਾਲ ਇੱਕ ਰਜੀਮ ਚੇਂਜ ਹੋਇਆ, ਇੱਕ ਆਇਤੁੱਲਾ ਖੁਮਾਨੀ ਦੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਟੇਕ ਓਵਰ ਕੀਤਾ। ਤਾਂ ਆਉਣ ਵਾਲੇ ਟਾਈਮ 'ਚ ਦੇਖਦੇ ਹਾਂ ਕਿ ਹੁਣ ਅਗਲਾ ਸਟੈਪ ਕਿਉਂ ਹੋਊਗਾ ਕਿਉਂਕਿ ਇੱਕ ਜੋ ਮੁੱਦਾ ਸੀਗਾ ਕਿ ਰਜੀਮ ਚੇਂਜ ਕਰਨ ਦਾ ਉਹ यूएसए और इजराइल ने कर लिया आयतुल्ला खमेनी की डेथ तो बाद। लेकिन हुन रजीम सेम कंटिन्यूएशन है लेकिन उन्होंने बेटा आ गया। हुन नए बेटे के उत्ते डिपेंड करता है, बेटे ते डिपेंड करता है जो मुस्तफा खमेनी ते डिपेंड करता है कि अगले अपने रिलेशन यूएसए और इजराइल ना किद्दां वधाना चाहता है। अगर ਉਹਦਾ ਰਿਟੈਲੀਏਸ਼ਨ ਦਾ ਹੀ ਹੈਗਾ ਕਿ ਰਿਟੈਲੀਏਟ ਕਰਨਾ ਹੈ ਇਜ਼ਰਾਈਲ ਨੂੰ ਦੇ ਉੱਤੇ ਹਮਲੇ ਕਰਨੇ ਹੈ ਤਾਂ ਫਿਰ ਡਿਫਰੈਂਟ ਸਿਚੁਏਸ਼ਨ ਹੋਗੀ। ਲੇਕਿਨ ਮੇਰੇ ਹਿਸਾਬ ਨਾਲ ਫਿਲਹਾਲ ਇਮੀਡੀਏਟਲੀ ਤਾਂ ਕੋਈ ਇਹੋ ਜਿਹਾ ਇਮੀਡੀਏਟ ਐਕਸ਼ਨ ईरान नहीं करूगा इजराइल के अगेंस्ट। हाँ, थोड़े ड्रोन्स फायर्स और मिसाइल्स फायरिंग होंगे क्योंकि ਹੁਣ 40 दिन ਦਾ ਜਿਹੜਾ ਇੱਕ ਉਹਨਾਂ ਨੇ ਨੈਸ਼ਨਲ ਮਾਰਨਿੰਗ ਵੀ ਕੀਤੀ ਹੋਈ ਹੈ। ਤਾਂ ਇਹਦੇ ਉੱਤੇ ਆਉਣ ਵਾਲੇ ਟਾਈਮ ਤੇ ਚੀਜ਼ਾਂ ਕਾਫੀ ਹੱਦ ਤੱਕ ਪਤਾ ਲੱਗਣਗੀਆਂ ਕਿ ਕਿਸ ਪਾਸੇ ਰਿਲੇਸ਼ਨਸ ਅੱਗੇ ਵਧਾਏ ਜਾਂਦੇ ਆ। ਇੱਕ ਸ਼ਰਮਾ ਜੀ, ਕਿਸ ਤਰੀਕੇ ਨਾਲ ਪ੍ਰਭਾਵ ਜਿਹੜਾ ਇਸ ਦਾ ਦੁਨੀਆ ਭਰ ਦੇ ਦੇਸ਼ਾਂ ਦੇ ਉੱਪਰ ਪੈ ਸਕਦਾ ਹੈ, ਖਾਸ ਤੌਰ ਦੇ ਉੱਪਰ ਭਾਰਤ ਦੇ ਉੱਪਰ ਕਿਉਂਕਿ ਇੱਕ ਤਰੀਕੇ ਦੇ ਨਾਲ ਵਰਲਡ ਵਾਰ 3 ਦਾ ਐਲਾਨ ਕਰ ਦਿੱਤਾ ਗਿਆ ਜਦੋਂ ਅਮਰੀਕਾ ਦੇ ਵੱਲੋਂ ਹਮਲਾ ਕੀਤਾ ਜਾਂਦਾ, ਇਜ਼ਰਾਈਲ ਦੇ ਵੱਲੋਂ ਕੀਤਾ ਜਾਂਦਾ ਤਾਂ ਹੁਣ ਸੁਪਰੀਮ ਲੀਡਰ ਨੂੰ ਵੀ ਮਾਰ ਦਿੱਤਾ ਗਿਆ। ईरान ਦੇ ਵੱਲੋਂ ਵੀ ਜਵਾਬੀ ਕਾਰਵਾਈ ਦੀ ਗੱਲ ਆਖੀ ਗਈ ਹੈ। ਵਰਲਡ ਵਾਰ 3 ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਸ਼ੁਰੂ ਹੋਣ ਵਾਲੀ ਹੈ, ਇਹੋ ਜੀ ਨੌਬਤ ਨਹੀਂ ਆਈ ਹੈ। हाँ, ऑफ कोर्स जो हुन स्ट्रेट ऑफ हार्मोज अगर तुहानू पता होगे जिथों सारी ऑयल सप्लाई हुंदी है ਉਹਦੇ ਉੱਤੇ ਇਫੈਕਟ ਪਊਗਾ। ਆਇਲ ਦੀ ਪ੍ਰਾਈਸਿਸ ਵਧਣ ਗਈਆਂ ਕਿਉਂਕਿ ਕਿਹੜਾ ਇੱਕ ਚੈਨਲ ਸੀਗਾ ਜਿੱਥੇ ਆਇਲਸ ਮਿਡਲ ਈਸਟ ਤੋਂ ਬਾਕੀ ਕੰਟਰੀਜ਼ 'ਚ ਸਪਲਾਈ ਹੁੰਦਾ ਸੀਗਾ, ਹੁਣ ਉਹ ਵਾਰ 'ਚ ਅਫੈਕਟਡ ਹੈ।
ਤਾਂ ਉਸ ਦੇ ਕਾਰਨ ਸਟਾਕ ਐਕਸਚੇਂਜ ਵੀ ਥੱਲੇ ਜਾਊਗਾ ਔਰ ਆਇਲ ਪ੍ਰਾਈਸਿਸ ਵੀ बढ़ਣਗੀਆਂ ਥਰੂ ਆਊਟ ਵਰਲਡ बढ़ਣਗੀਆਂ, ਖਾਸ ਕਰ ਏਸ਼ੀਅਨ ਕੰਟਰੀਜ਼ ਜਿੱਥੋਂ ਅਸੀਂ ਸਪਲਾਈ ਕਰਦੇ ਸੀਗੇ। ਜੀ ਲੇਕਿਨ ਇਹ ਕਿੰਨੀ ਦੇਰ ਚੱਲੂਗਾ, ਇਹ ਮੇਰਾ ਖਿਆਲ ਜ਼ਿਆਦਾ ਲੰਬਾ ਨਹੀਂ ਚੱਲਣ ਵਾਲਾ। ਜੀ ਆਉਣ ਵਾਲੇ ਟਾਈਮ 'ਚ ਸਿਚੁਏਸ਼ਨ ਇੰਪਰੂਵ ਹੋਣਗੀਆਂ ਔਰ ਜਿਹੜੇ ਇਨਫਲੇਸ਼ਨ ਜਿਹੜੀ ਆ ਈਰਾਨ 'ਚ ਵੀ ਬਹੁਤ ਵਧੂਗੇ, ਉਹਦਾ ਇਫੈਕਟ ਈਰਾਨ ਤੇ ਵੀ ਪਊਗਾ ਔਰ ਬਾਕੀ ਕੰਟਰੀਜ਼ 'ਚ ਵੀ ਪਊਗਾ। ਜਿੱਥੇ ਤੱਕ ਬਾਕੀ ਮਿਡਲ ਈਸਟ ਕੰਟਰੀਜ਼ ਦੀ ਸਪੋਰਟ ਦੀ ਗੱਲ ਹੈ ਤਾਂ ਮਿਡਲ ਈਸਟ ਕੰਟਰੀਜ਼ ਕੋਈ ਵੀ ਕੰਟਰੀ ਇਦਾਂ ਮੇਰੇ ਖਿਆਲ ਡਾਇਰੈਕਟਲੀ ਇਸ ਕਨਫਲਿਕਟ 'ਚ ਨਹੀਂ ਜੰਪ ਕਰੂਗਾ, ਕਿਉਂਕਿ ਮੇਨ ਹੈ ਕਿ ਈਰਾਨ ਦਾ ਜੋ ਉਹਨਾਂ ਨੇ ਅਟੈਕ ਕਰਨਾ, ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਬਹਿਰੀਨ, ਯੂਏਈ, ਕਤਾਰ, ਇੱਥੇ ਜੋ ਮਿਲਟਰੀ ਬੇਸਿਸ ਹੈ ਯੂਐਸਏ ਦੇ, ਉਹਨਾਂ ਨੂੰ ਟਾਰਗੇਟ ਜ਼ਰੂਰ ਬਣਾਇਆ ਜਾਊਗਾ ਔਰ ਉਹਦੇ ਕਰਕੇ ਕੁਝ ਕੈਜੁਅਲਟੀਜ਼ ਵੀ ਹੋਣਗੀਆਂ। ਲੇਕਿਨ ਮਿਡਲ ਈਸਟ ਕੰਟਰੀਜ਼ ਅਗਰ ਡਾਇਰੈਕਟਲੀ ਅਗਰ ਤੁਸੀਂ ਸੋਚਦੇ ਹੋ ਕਿ ਇਸ ਲੜਾਈ 'ਚ ਜੰਪ ਕਰਨਗੀਆਂ ਤਾਂ ਉਹ ਨਹੀਂ ਹੈ। ਔਰ ਜੋ ਮਿਲਟਰੀ ਬੇਸਿਸ ਹੈ ਜਿੱਦਾਂ ਯੂਐਸ, ਆਪਣਾ ਚਾਈਨਾ ਔਰ ਰਸ਼ੀਆ ਦੇ ਵੀ, ਅਗਰ ਤੁਹਾਨੂੰ ਪਤਾ ਹੈ ਕਿ ਮਿਲਟਰੀ ਬੇਸਿਸ ਹੈ ਡਿਜੋਤੀ 'ਚ, ਉੱਤੇ ਵੀ ਯੂਐਸਏ ਦੀ ਵੀ ਹੈ, ਤਾਂ ਡਾਇਰੈਕਟਲੀ ਯੂਐਸਐਸਆਰ ਔਰ ਚਾਈਨਾ ਦੇ ਰਿਲੇਸ਼ਨਸ ਈਰਾਨ ਨਾਲ ਅੱਛੇ ਹੈ ਜੀ ਔਰ ਲੇਕਿਨ ਡਾਇਰੈਕਟਲੀ ਕਿੰਨਾ ਉਹ ਸਪੋਰਟ ਕਰਦੇ ਹੈ ਕਿੱਦਾਂ, ਅਗਰ ਤੁਸੀਂ ਦੇਖਿਆ ਹੋਇਆ ਕਿ ਰਸ਼ੀਆ ਯੂਕਰੇਨ ਦੀ ਵੀ ਵਾਰ ਵੀ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਔਰ ਇਸ 'ਚ ਵੀ ਯੂਕਰੇਨ ਨੂੰ ਸਪੋਰਟ ਬਾਕੀ ਨੈਟੋ ਕੰਟਰੀਜ਼ ਤੋਂ ਮਿਲੀ ਸੀ। ਹੁਣ ਈਰਾਨ ਨੂੰ ਕਿੰਨੀ ਸਪੋਰਟ ਮਿਲਦੀ ਹੈ ਚਾਈਨਾ ਔਰ ਰਸ਼ੀਆ ਤੋਂ, ਇਹ ਦੇਖਣ ਵਾਲੀ ਗੱਲ ਹੋਊਗੀ। ਜੀ ਤਾਂ ਅਗਲਾ ਸਵਾਲ ਮੇਰਾ ਆਈਜੀ ਆਰ.ਕੇ. ਭਾਰਗਵ ਜੀ ਤੋਂ ਰਹੇਗਾ। ਭਾਰਗਵ ਜੀ, ਤਾਂ ਵਿਵੇਕ ਸ਼ਰਮਾ ਜੀ ਦਾ ਫਿਰ ਤੋਂ ਰੁਖ ਕਰਦੇ ਹਾਂ। ਵਿਵੇਕ ਸ਼ਰਮਾ ਜੀ, ਇਸ ਦੇ ਨਾਲ ਹੀ ਕਾਫੀ ਸਾਰੇ ਭਾਰਤੀ ਲੋਕ ਜਿਹੜੇ ਹੁੰਦੇ ਨੇ ਉਹ ਪ੍ਰਵਾਸ ਕਰਦੇ ਨੇ, ਵਿਦੇਸ਼ਾਂ ਦੇ ਵਿੱਚੋਂ ਗਏ ਹੁੰਦੇ ਨੇ, ਤਾਂ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਫਿਲਹਾਲ ਰਹਿ ਰਹੇ ਨੇ, ਇਜ਼ਰਾਈਲ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਈਰਾਨ ਦੇ ਵਿੱਚ ਰਹਿ ਰਹੇ ਨੇ, ਤਾਂ ਐਡਵਾਈਜ਼ਰੀ ਵੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਜਾਰੀ ਕਰ ਦਿੱਤੀ ਗਈ ਆ। ਤਾਂ ਉਹਨਾਂ ਦੇ ਉੱਪਰ ਕਿਸ ਤਰੀਕੇ ਦਾ ਪ੍ਰਭਾਵ ਪਏਗਾ ਔਰ ਹੋਰ ਕੀ ਕੁਝ ਇਫੈਕਟ ਹੋ ਸਕਦਾ ਹੈ? ਇੰਡੀਅਨ ਗਵਰਨਮੈਂਟ ਨੇ ਤਾਂ ਕਾਫੀ ਟਾਈਮ ਪਹਿਲੇ ਹੀ ਈਰਾਨ 'ਚ ਜਿਹੜੇ ਆਪਣੇ ਸਿਟੀਜ਼ਨਸ, ਆਪਣੇ ਜੋ ਦੇਸ਼ ਦੇ ਨਾਗਰਿਕ ਉੱਥੇ ਕੰਮ ਕਰ ਰਹੇ ਸੀ, ਉਹਨਾਂ ਨੂੰ ਪਹਿਲੇ ਹੀ ਇੱਕ ਮਹੀਨਾ ਪਹਿਲੇ ਹੀ ਕਹਿਤਾ ਸੀਗਾ ਕਿ ਵਾਪਸ ਆਪਣੇ ਕੰਟਰੀਜ਼ 'ਚ ਆਉਣ ਲਈ, ਔਰ ਉਹ ਆਏ ਵੀ ਕਾਫੀ ਜਣੇ ਹੈ। ਜੀ ਤਾਂ ਹੁਣ ਆਉਣ ਵਾਲੇ ਟਾਈਮ 'ਚ ਇਫੈਕਟ ਤਾਂ ਪਊਗਾ ਤਹਿਰਾਨ ਤਾਂ, ਕਿਉਂਕਿ ਹੁਣ ਕਾਫੀ ਉਸ ਤੇ ਬੰਬ ਬਲਾਸਟ ਹੋਊਗਾ। ਲੇਕਿਨ ਉਹਨੇ ਇਹ ਹੈ ਕਿ ਯੂਐਸਏ ਇਹਨੂੰ ਅੱਗੇ ਕਿੰਨਾ ਲੈ ਕੇ ਜਾਣਾ ਚਾਹੁੰਦਾ ਹੈ ਹੁਣ, ਕਿਉਂਕਿ ਮੇਨ ਮੁੱਦਾ ਸੀਗਾ ਕਿ ਆਇਤੁੱਲਾ ਖੁਮਾਨੀ ਨੂੰ ਦੀ ਡੈਥ ਦਾ ਉਹ ਉਹਨਾਂ ਨੇ ਅਚੀਵ ਕਰ ਲਿਆ। ਜਿੱਥੇ ਤੱਕ ਨਿਊਕਲੀਅਰ ਪ੍ਰੋਗਰਾਮ ਸੀ, ਉਹਨਾਂ ਨੇ 6-7 ਮਹੀਨੇ ਪਹਿਲੇ ਆਪਰੇਸ਼ਨਸ ਕਰਕੇ ਉਸ ਨੂੰ ਵੀ ਕੁਝ ਡੈਮੇਜ ਕੀਤਾ ਸੀਗਾ। ਤਾਂ ਹੁਣ ਮਿਜ਼ਾਈਲ ਸਾਰੇ ਕਿਹੜੇ ਮੁੱਦੇ ਹੈ, ਹੁਣ ਹੋ ਸਕਦਾ ਹੈ ਕਿ ਈਰਾਨ ਔਰ ਇਜ਼ਰਾਈਲ ਔਰ ਯੂਐਸਏ ਟੇਬਲ ਤੇ ਆਵੇ ਔਰ ਕੋਈ ਨਾ ਕੋਈ ਅੱਗੇ ਸਿਚੁਏਸ਼ਨਸ ਨੂੰ ਇੰਪਰੂਵ ਕਰਨ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਰੋਮਾਈਜ਼ ਕਿਤੇ ਕਿਸ ਲੈਵਲ ਤੇ ਕੀਤਾ ਜਾਵੇ, ਉਹ ਦੇਖਣਾ ਪਊਗਾ। ਔਰ ਜਿੱਥੇ ਤੱਕ ਬਾਕੀ ਆਪਣੇ ਇੰਡੀਅਨਸ origin ਦੇ ਜਿਹੜੇ ਬਾਕੀ ਮੁਸਲਿਮ ਕੰਟਰੀਜ਼ 'ਚ, ਅਰਬ ਕੰਟਰੀਜ਼ 'ਚ ਆਪਣੇ ਲੋਕ ਹੈਗੇ ਆ, ਉਹਨਾਂ ਨੂੰ ਅਫੈਕਟ ਤਾਂ ਹੋਊਗਾ, ਲੇਕਿਨ ਉਨਾ ਮੇਰੇ ਹਿਸਾਬ ਨਾਲ ਇਫੈਕਟ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਜਲਦੀ ਸਿਚੁਏਸ਼ਨਸ ਚੇਂਜ ਹੋ ਰਹੀਆਂ ਔਰ ਕਿੰਨਾ ਈਰਾਨ ਰਿਟੈਲੀਏਟ ਕਰਦਾ ਹੈ ਉੱਤੇ ਡਿਪੈਂਡ ਕਰਦਾ ਅੱਗੇ ਕਿੰਨਾ ਐਸਕੇਲੇਟ ਹੋਊਗੀ ਇਹ ਵਾਰ। ਜੀ ਵਿਵੇਕ ਜੀ, ਇਸ ਦੇ ਨਾਲ ਹੀ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਇਹ ਇਸ ਤਰੀਕੇ ਦੀ ਸਥਿਤੀ ਪੈਦਾ ਹੋ ਗਈ ਹੈ ਤਾਂ ਇਸ ਦੇ ਵਿੱਚ ਇੰਡੀਆ ਦਾ ਸਟੈਂਡ ਆਖਿਰਕਾਰ ਕੀ ਰਹਿ ਸਕਦਾ ਹੈ? ਕਿਸ ਦੀ ਸਪੋਰਟ ਦੇ ਵਿੱਚ ਇੰਡੀਆ ਜਿਹੜਾ ਹੈ ਉਹ ਬੋਲ ਸਕਦਾ ਹੈ ਜਾਂ ਆਪਣਾ ਪੱਖ ਰੱਖ ਸਕਦਾ ਹੈ? ਇੰਡੀਆ ਦੇਖੋ, ਸਾਡੇ ਰਿਲੇਸ਼ਨਸ ਇਜ਼ਰਾਈਲ ਨਾਲ ਵੀ ਬਹੁਤ ਅੱਛੇ ਹੈ ਔਰ ਈਰਾਨ ਨਾਲ ਵੀ ਅੱਛੇ ਹੈ। ਅਸੀਂ ਨਹੀਂ ਚਾਹੁੰਦੇ ਕਿ ਉਹ ਆਲਰੇਡੀ ਕਿਸੇ ਸੋਵਰੇਨਟੀ, ਕਿਸੇ ਦੀ ਕੰਟਰੀ ਦੀ ਸੋਵਰੇਨਟੀ ਨੂੰ ਡਿਸਟਰਬ ਕੀਤਾ ਜਾਵੇ। ਉਹ ਆਲਰੇਡੀ ਫੋਰਨ ਮਿਨਿਸਟਰ ਨੇ ਕਹਿਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਇੱਕ ਦੇਸ਼ ਦੂਜੇ ਦੇਸ਼ ਨੂੰ ਹਮਲਾ ਕਰਕੇ ਉਹਦੀ ਸੋਵਰੇਨਟੀ ਦੇ ਉੱਤੇ ਕਬਜ਼ਾ ਕੀਤਾ ਜਾਵੇ। ਤਾਂ ਸਾਡਾ ਸਟੈਂਡ ਮੋਸਟਲੀ, ਕਿਉਂਕਿ ਇਜ਼ਰਾਈਲ ਨਾਲ ਵੀ ਬਹੁਤ ਅੱਛੇ ਹੈ, ਯੂਐਸਏ ਨਾਲ ਵੀ ਸਾਡੀ ਡੀਲਿੰਗਸ ਹੈ ਔਰ ਈਰਾਨ ਤੋਂ ਵੀ ਸਾਡਾ ਆਇਲ ਆਉਂਦਾ ਹੈ, ਤਾਂ ਅਸੀਂ ਮੋਰ ਔਰ ਲੈਸ ਕੌਨਸ਼ੀਅਸਲੀ ਕਰਾਂਗੇ ਕਿ ਅਸੀਂ ਡਾਇਰੈਕਟਲੀ ਇਨਵੋਲਵ ਨਹੀਂ ਹੋਵਾਂਗੇ ਕਨਫਲਿਕਟ 'ਚ। ਲੇਕਿਨ ਇੰਨਾ ਜ਼ਰੂਰ ਹੈ ਕਿ ਅਸੀਂ ਚਾਹਾਂਗੇ ਕਿ ਇਹ ਕਨਫਲਿਕਟ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਕਿਸੇ ਨਾ ਕਿਸੇ ਤਰੀਕੇ ਤੇ ਨਾਰਮਲਿਟੀ ਦੁਬਾਰਾ ਲਿਆਈ ਜਾਵੇ ਰੀਜਨ 'ਚ, ਤਾਂ ਕਿ ਟ੍ਰੇਡ ਦੇ ਉੱਤੇ, ਆਇਲ ਦੇ ਉੱਤੇ ਔਰ ਬਾਕੀ ਜੋ ਚੀਜ਼ਾਂ ਉਹਦੇ ਉੱਤੇ ਇਫੈਕਟ ਨਾ ਹੋਵੇ। ਈਰਾਨ ਸਰਕਾਰ ਦੇ ਵੱਲੋਂ ਯੂਐਸ ਇਜ਼ਰਾਈਲ ਨੂੰ ਧਮਕੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਦੁਸ਼ਮਣ ਦੇਸ਼ਾਂ ਤੋਂ ਬਦਲਾ ਜ਼ਰੂਰ ਲਿਆ ਜਾਏਗਾ। ਈਰਾਨੀ ਮੀਡੀਆ ਦੇ ਵੱਲੋਂ ਖਾਮੇਨਈ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਅਪਰਾਧ ਮਾਫ ਨਹੀਂ ਕੀਤਾ ਜਾਏਗਾ। ਈਰਾਨ ਜਿਹੜਾ ਹੈ ਇਸ ਹਮਲੇ ਦਾ ਜਵਾਬ ਜ਼ਰੂਰ ਦੇਗਾ। ਤਾਂ
ਹਮਲੇ ਦਾ ਜਵਾਬ ਦੇਣ ਦੀ ਗੱਲ ਜਿਹੜੀ ਈਰਾਨ ਦੇ ਵੱਲੋਂ ਆਖੀ ਗਈ, ਜਿੱਥੇ ਕਿ ਇਰਾਨੀ ਮੀਡੀਆ ਦੇ ਵੱਲੋਂ ਖਾਮੇਨਈ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਤਾਂ ਉਹਨਾਂ ਦਾ ਕਹਿਣਾ ਹੈ ਕਿ ਦੁਸ਼ਮਣ ਦੇਸ਼ਾਂ ਤੋਂ ਬਦਲਾ ਜ਼ਰੂਰ ਲਿਆ ਜਾਏਗਾ। ਤਾਂ ਇਰਾਨੀ ਮੀਡੀਆ ਦੇ ਵੱਲੋਂ ਖਾਮੇਨਈ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਟਰੰਪ ਦੇ ਵੱਲੋਂ ਟਰੁਥ ਸੋਸ਼ਲ ਦੇ ਉੱਪਰ ਪੋਸਟ ਪਾ ਕੇ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਆਇਤੁੱਲਾ ਖਾਮੇਨਈ ਦੀ ਮੌਤ ਹੋ ਗਈ ਹੈ, ਜੋ ਅਮਰੀਕਾ ਔਰ ਇਜ਼ਰਾਈਲ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਹਮਲਾ ईरान के उपर किया गया। तो इसे दे विच आयतुल्ला खामेनेई की मौत हो गई है। तो ईरान के वलों हुण बदला लैण की गल आखी गई है और जल्द ही बदला लैण की गल जिहड़ी आ उसका जिक्र किया गया। तो खामेनेई की मौत का जवाब देवांगे अजिहा ईरान के वलों आख्या गया। इस दे नाल ही राजसी शोक का ऐलान जिहड़ा है वह भी कर दिता गया, जिथे कि ईरान दे विच 40 दिनां दे राजसी शोक का ऐलान कर दिता गया। तो खामेनेई की मौत का बदला लैण की गल ईरान के वलों आखी गई है। ਇਹ ਤਸਵੀਰਾਂ ईरान तो सामने आ रही ने, जिथे कि लोगों के विच इस नूं लैके रोस भी दिखाई दे रहा है। तो ईरानी मीडिया के वलों खामेनेई की मौत की पुष्टि कर दी गई है। दूजे पासे राजसी शोक का ऐलान भी किया गया। तो यह तस्वीरां ईरान तो सामने आ रही ने, जिथे कि लोगों के विच रोस दिखाई दे रहा है और लोग जिहड़े ने नारेबाजी करते हुए भी दिखाई दे रहे हैं। तो ईरान का कहना है कि अपराध माफ नहीं किया जाएगा, क्योंकि उन्होंने देश के उपर ना सिर्फ हमला किया गया बल्कि सुप्रीम लीडर नूं भी मार दिता गया।